ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ। ਮੈਂ ਹਾਂ ਵਿਕਰਮ ਸਿੰਘ। ਬੰਗਾਲ ਦੇ ਵਿੱਚ ਤੀਸਰੀ ਵਾਰ ਟੀਐਮਸੀ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਬੀਜੇਪੀ ਦੇ ਖਿਲਾਫ ਪ੍ਰਚਾਰ ਕਰਨ ਵਾਸਤੇ ਕਿਸਾਨ ਆਗੂ ਪਹੁੰਚੇ ਸੀ ਔਰ ਕਿਸਾਨ ਅੰਦੋਲਨ ਦਾ ਕਿੰਨਾ ਵੱਡਾ ਅਸਰ ਦੇਖਣ ਨੂੰ ਮਿਲਿਆ ਕਿ ਬੀਜੇਪੀ ਦੀ ਹਾਰ ਦੀ ਵਜ੍ਹਾ ਕਿਸਾਨ ਅੰਦੋਲਨ ਹੈ। ਕਿਸਾਨਾਂ ਨੇ ਜੋ ਪ੍ਰਚਾਰ ਕੀਤਾ ਇਸੇ ਵਜ੍ਹਾ ਕਰਕੇ ਮੋਦੀ ਤੇ ਸ਼ਾਹ ਦੀ ਜੋੜੀ ਹਾਰ ਗਈ। ਇਹਨਾਂ तमाम ਚੀਜ਼ਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸਾਡੇ ਨਾਲ ਫੋਨ ਲਾਈਨ ਤੇ ਜੁੜ ਰਹੇ ਨੇ। ਰਾਜੇਵਾਲ ਸਾਹਿਬ, ਕਿਸ ਤਰ੍ਹਾਂ ਦੇਖਿਆ ਜਾਵੇ ਕਿਸਾਨਾਂ ਦੀ ਵੱਡੀ ਜਿੱਤ ਕਹੀ ਜਾ ਸਕਦੀ ਹੈ, ਕਿਉਂਕਿ ਤੁਸੀਂ ਪ੍ਰਚਾਰ ਕਰਨ ਵਾਸਤੇ ਵੀ ਗਏ ਸੀ, ਤੁਸੀਂ ਖੁਦ ਵੀ ਗਏ ਸੀ ਪੱਛਮ ਬੰਗਾਲ ਦੇ ਵਿੱਚ। ਮਮਤਾ ਬੈਨਰਜੀ ਦੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ ਤੀਸਰੀ ਵਾਰ। ਮੋਦੀ ਤੇ ਸ਼ਾਹ ਦੀ ਜੋੜੀ ਤੇ ਭਾਰੀ ਪਈ ਹੈ ਮਮਤਾ ਬੈਨਰਜੀ। देखो जी, डेमोक्रेसी च लोकां दी अहमियत सब तो ਵੱਧ ਹੁੰਦੀ ਹੈ ਤੇ ਅੱਜ ਦਾ ਪੋਲੀਟੀਸ਼ੀਅਨ ਲੋਕਾਂ ਦੀ ਪਰਵਾਹ ਕਰਨ ਤੋਂ ਹਟ ਗਿਆ ਤੇ ਅਸੀਂ ਬੜੀ ਵਾਰੀ ਮੋਦੀ ਸਰਕਾਰ ਨੂੰ ਕਿਹਾ ਭਈ ਜੇ ਤੁਸੀਂ ਸਾਡੀ ਕਿਸਾਨਾਂ ਦੀ ਗੱਲ ਨਹੀਂ ਮੰਨੋਗੇ ਤਾਂ ਫਿਰ ਅਸੀਂ ਵੋਟ ਤੇ ਝੋਟ ਕਰਾਂਗੇ। ਔਰ ਜਦੋਂ ਫੇਰ ਨਹੀਂ ਸੁਣੀ ਅਸੀਂ ਗਏ ਬੰਗਾਲ ਜਾ ਕੇ ਆਪਣੇ ਭਾਈਚਾਰੇ ਨੂੰ ਇੱਕ ਚਿੱਠੀ ਦਿੱਤੀ ਇੱਥੇ ਦੇ ਕਿਸਾਨਾਂ ਵੱਲੋਂ, ਜਿਹਦੇ ਚ ਬੜਾ ਸਪਸ਼ਟ ਲਿਖਿਆ ਸੀ ਵੀ ਅਸੀਂ ਇੰਨੇ ਲੰਬੇ ਸਮੇਂ ਤੋਂ ਬੈਠੇ ਆ, 300 ਤੋਂ ਵੱਧ ਉਸ ਵੇਲੇ ਤੱਕ ਕਿਸਾਨ ਸ਼ਹੀਦ ਹੋ ਚੁੱਕੇ ਸੀ। ਅਸੀਂ ਉਹਨਾਂ ਨੂੰ ਲਿਖਿਆ ਵੀ ਭਰਾਵੋ ਅਸੀਂ ਇੱਥੇ ਬੈਠੇ ਮੋਰਚੇ ਸੰਭਾਲੀ ਤੇ ਸਰਕਾਰ ਉਹ ਪਰਵਾਹ ਨਹੀਂ ਕਰ ਰਹੀ ਤੇ ਅਸੀਂ ਆਪਣਾ ਕੇਸ ਸਾਬਤ ਕਰ ਚੁੱਕੇ ਹੋ, ਫੇਰ ਵੀ ਕੋਈ ਗੱਲ ਕਰਨ ਨੂੰ ਤਿਆਰ ਨਹੀਂ। ਅਸੀਂ ਤੁਹਾਡੇ ਕੋਲ ਆਏ ਆ, ਅਸੀਂ ਪੂਰੀ ਠੰਡ ਦੇ ਵਿੱਚ ਵੀ ਇੱਥੇ ਬੈਠੇ ਰਹੇ ਮੋਰਚੇ ਤੇ ਹੁਣ ਗਰਮੀਆਂ ਆ ਗਈਆਂ ਅਸੀਂ ਫੇਰ ਬੈਠੇ ਆ ਤੇ ਤੁਸੀਂ ਸਾਡੇ ਭਰਾਓ ਇਹ ਖੇਤੀ ਨੂੰ ਕਾਰਪੋਰੇਟ ਹਾਊਸਿਸ ਦੇ ਹਵਾਲੇ ਕਰਨਾ ਚਾਹੁੰਦੇ ਨੇ। ਅਸੀਂ ਹੁਣ ਤੱਕ ਘਰਾਂ 'ਚ ਨਹੀਂ ਗਏ ਆਪਣੇ ਵਾਪਸ। ਤੁਸੀਂ ਸਾਡੇ ਭਰਾਓ ਜੇ ਸਾਨੂੰ ਘਰਾਂ 'ਚ ਭੇਜਣਾ ਤਾਂ ਇਹਨਾਂ ਨੂੰ ਮੋਦੀ ਦੀ ਪਾਰਟੀ ਨੂੰ ਵੋਟਾਂ ਨਾ ਪਾਇਓ, ਹੋਰ ਜਿਹਨੂੰ ਮਰਜ਼ੀ ਪਾ ਦਿਓ ਤਾਂ ਕਿ ਇਹ ਮਜਬੂਰ ਹੋ ਜਾਏ ਕਿਸਾਨਾਂ ਦੀ ਗੱਲ ਸੁਣਨ ਲਈ। ਤਾਂ ਉਹਦਾ ਨਤੀਜਾ ਸਾਹਮਣੇ ਆ ਗਿਆ। ਉਹ ਸਾਰਾ ਜਿਸ ਤਰ੍ਹਾਂ ਉਹਦਾ ਰਿਸਪੌਂਸ ਦਿੱਤਾ ਲੋਕਾਂ ਨੇ, ਉਹਦਾ ਹੀ ਨਤੀਜਾ ਹੈ ਵੀ ਤੀਸਰੀ ਵਾਰ ਮਮਤਾ ਦੀ ਸਰਕਾਰ ਬਣ ਰਹੀ ਹੈ। ਪਰ ਉਹ ਤਾਂ ਕਹਿ ਰਹੇ ਨੇ ਕਿ ਬੀਜੇਪੀ ਦਾ ਵੋਟ ਸ਼ੇਅਰ ਵੱਧ ਗਿਆ, ਇਹਨਾਂ ਚੀਜ਼ਾਂ ਦਾ ਕੋਈ ਅਸਰ ਨਹੀਂ ਪਿਆ। ਕਿੱਥੇ ਪੰਜਾਬ, ਕਿੱਥੇ ਬੰਗਾਲ, ਇਹ ਗੱਲ ਕਹਿ ਰਹੀ ਹੈ ਬੀਜੇਪੀ ਸਿੱਧੇ ਤੌਰ ਤੇ। ਬੀਜੇਪੀ ਵਾਲਿਆਂ ਨੂੰ ਤਾਂ ਆਦਤ ਹੈ ਏਦਾਂ ਕਰਨੀ। ਤੁਸੀਂ ਮੈਨੂੰ ਇੱਕ ਗੱਲ ਦੱਸਿਓ ਜੀ, ਉਹ ਜਦੋਂ ਜਿੱਦਾਂ ਸੂਟ ਕਰਦਾ ਉਦਾਂ ਹੀ ਗੱਲ ਕਰਦੇ ਨੇ, ਕਹਿੰਦੇ ਨੇ ਅਸੀਂ 3 ਤੋਂ 76 ਤੇ ਪਹੁੰਚ ਗਏ ਜੀ। ਇਹ ਕਿਉਂ ਨਹੀਂ ਕਹਿੰਦੇ ਵੀ 18 ਪਾਰਲੀਮੈਂਟਰੀ ਕੰਸਟੀਚੁਐਂਸੀ ਦੀਆਂ 120-22 ਸੀਟਾਂ ਚੋਂ ਘਟ ਕੇ 76 ਰਹਿ ਗਈਆਂ? ਇਹ ਕਿਉਂ ਨਹੀਂ ਕਹਿੰਦੇ ਜੀ? ਕਿਉਂਕਿ ਉਹ ਮੋਮ ਦੇ ਨੱਕ ਨੂੰ ਪੋਲੀਟੀਕਲੀ ਜਿਹੜੀ ਗੱਲ ਸੂਟ ਕਰਦੀ ਉਧਰ ਨੂੰ ਮੋੜ ਦੇਣੀ ਹੈ। ਇਹ ਢੀਠ ਬੜੇ ਹੁੰਦੇ ਨੇ ਪੋਲੀਟੀਸ਼ੀਅਨ, ਛੇਤੀ ਕਿਤੇ ਮੰਨਦੇ ਨਹੀਂ ਵੀ ਅਸੀਂ ਇਹਦਾ ਕੋਈ ਅਸਰ ਹੈ। ਹਾਂ, ਇਹ ਵੀ ਛੱਡੋ, ਹਾਲੇ ਯੂਪੀ ਚ ਅਸੀਂ ਕੁਝ ਕੀਤਾ ਨਹੀਂ। ਜਿਹੜਾ ਆਲੇ ਦੁਆਲੇ ਅੰਦੋਲਨ ਚੱਲਦਾ ਇਹਦਾ ਅਸਰ ਇੰਨਾ ਹੈ ਵੀ ਅੱਜ ਪੰਚਾਇਤ ਇਲੈਕਸ਼ਨ ਦੀਆਂ ਵੋਟਾਂ ਗਿਣਤੀ ਹੋ ਰਹੀ ਹੈ। ਤੁਸੀਂ ਦੇਖੋਗੇ 2/3 ਪੰਚਾਇਤਾਂ ਮਾਂਜ ਦਾਂਗੇ ਇਹਨਾਂ ਨੂੰ। ਹਾਲੇ ਮੈਸੇਜ ਹੀ ਗਿਆ ਹੈ ਜੀ, ਹਾਲੇ ਮੈਸੇਜ ਹੀ ਗਿਆ। ਜੇ ਯੂਪੀ ਚ ਜਿਹੜੀ ਸਭ ਤੋਂ ਵੱਡੀ ਸਟੇਟ ਹੈ ਉਹਦੇ ਚ ਵੀ ਇਹ ਹਾਰ ਰਹੇ ਨੇ ਪੰਚਾਇਤ ਇਲੈਕਸ਼ਨ ਚ, ਤੇ ਅੰਦੋਲਨ ਦਾ ਅਸਰ ਕਿਵੇਂ ਨਾ ਹੋਵੇ? ਮਤਲਬ ਸੀਰੀਅਸਲੀ ਲਿਆ ਲੋਕਾਂ ਨੇ, ਸੁਣਿਆ ਤੁਹਾਨੂੰ? ਕਿਉਂਕਿ ਜਦੋਂ ਤੁਸੀਂ ਰੈਲੀਆਂ ਦੇ ਵਿੱਚ ਵੀ ਸੰਬੋਧਨ ਕਰਨ ਵਾਸਤੇ ਗਏ ਸੀ, ਤੁਸੀਂ ਇਹ ਪ੍ਰਚਾਰ ਵੀ ਕੀਤਾ ਕਿ ਇਕੱਲੇ ਮੋਦੀ ਦੀ ਪਾਰਟੀ ਨੂੰ ਵੋਟ ਨਹੀਂ ਪਾਉਣੀ, ਬਾਕੀ ਕੋਈ ਮਰਜ਼ੀ ਆਵੇ, ਕਿਸੇ ਨੂੰ ਮਰਜ਼ੀ ਵੋਟ ਕਰ ਦਿਓ। ਲੋਕਾਂ ਨੇ ਸੀਰੀਅਸਲੀ ਲਿਆ ਫਿਰ ਉਹਨਾਂ ਗੱਲਾਂ ਨੂੰ? ਸੀਰੀਅਸਲੀ ਲਿਆ, ਬੜੇ ਵੱਡੇ ਇਕੱਠ ਹੋਏ। ਔਰ ਮੈਂ ਤੁਹਾਨੂੰ ਇੱਕ ਹੋਰ ਮਿਸਾਲ ਦਿੰਦਾ। ਇੱਕ ਦਿਨ ਉੱਥੇ ਰਾਤ ਨੂੰ ਜਿਹੜੇ ਬੁੱਧੀਜੀਵੀ ਸੀ ਉਹਨਾਂ ਦੀ ਮੀਟਿੰਗ ਲਈ ਕੋਈ 250-300 ਬੁੱਧੀਜੀਵੀ ਸੀ। ਉਹਨਾਂ ਨੂੰ ਜਿਹੜਾ ਸੀ ਇਸ਼ਤਿਹਾਰ ਲੋਕਾਂ ਦੇ ਨਾਲ ਚਿੱਠੀ ਕੱਢੀ, ਉਹ ਚਿੱਠੀ ਪੜ੍ਹ ਕੇ ਸੁਣਾਈ। ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਕੋਲ ਇੰਨੇ ਸਾਧਨ ਨਹੀਂ ਵੀ ਸਾਰੇ ਬੰਗਾਲ ਵਿੱਚ ਅਸੀਂ ਹਰ ਕਿਸਾਨ ਦੇ ਘਰੇ ਚਿੱਠੀ ਦੀ ਕਾਪੀ ਪਹੁੰਚਾ ਸਕੀਏ, ਤੇ ਸਾਨੂੰ ਤੁਹਾਡੀ ਮਦਦ ਚਾਹੀਦੀ ਹੈ। ਜੇ ਤੁਸੀਂ ਸਾਡੇ ਹਮਾਇਤ ਕਰਨਾ ਚਾਹੁੰਦੇ ਹੋ ਤਾਂ ਆਹ ਚਿੱਠੀ ਦੱਸੋ ਕਿੰਨੀ ਪਹੁੰਚਾਓਗੇ? ਕਿਸੇ ਨੇ ਕਿਹਾ ਮੈਂ ਲੱਖ ਪਹੁੰਚਾਊਂ, ਕਿਸੇ ਨੇ ਕਿਹਾ ਮੈਂ 2 ਲੱਖ ਛਪਵਾ ਕੇ ਪਹੁੰਚਾਊਂ। ਔਰ ਉਹ ਚਿੱਠੀ ਉਹਨਾਂ ਨੇ ਪਿੰਡਾਂ 'ਚ ਭੇਜੀ, ਔਰ ਚਿੱਠੀ ਏਡੀ ਹਾਰਡ ਹਿੱਟਿੰਗ ਚਿੱਠੀ ਸੀ, ਅਗਲੇ ਨੂੰ ਚੁਭਦੀ ਸੀ ਵੀ ਹੈ ਸਾਡਾ ਭਾਈਚਾਰਾ ਇਦਾਂ ਪਰੇਸ਼ਾਨ ਹੋ ਰਿਹਾ ਮੋਦੀ ਦੀ ਸਰਕਾਰ ਵੇਲੇ। ਉਹਦਾ ਰਿਜ਼ਲਟ ਹੈ ਸਾਡੇ ਸਾਹਮਣੇ ਆ ਗਿਆ। ਯੂਪੀ ਦੀ ਗੱਲ ਕੀਤੀ ਹੈ ਤੁਸੀਂ, ਯੂਪੀ ਦਾ ਜ਼ਿਕਰ ਕੀਤਾ ਹੈ, ਤੇ ਫਿਰ ਪੰਜਾਬ ਤੇ ਯੂਪੀ ਦੇ ਇਲੈਕਸ਼ਨ ਨਜ਼ਦੀਕ ਨੇੜੇ ਹੀ ਨੇ। ਫਿਰ ਕਿਸ ਹਿਸਾਬ ਨਾਲ ਯੂਪੀ ਦੇ ਵਿੱਚ ਵੀ ਜਾਓਗੇ ਤੁਸੀਂ? ਅਸੀਂ ਦੇਖੋ, ਅਸੀਂ ਤਾਂ ਅੱਜ ਇਹਨਾਂ ਨੂੰ ਕਹਿ ਦਿੱਤਾ ਹੈ ਵੀ ਅਸੀਂ ਕੋਈ ਪੋਲੀਟੀਕਲ ਪਾਰਟੀ ਨਹੀਂ, ਅਸੀਂ ਕਿਸਾਨ ਆ। ਤੁਸੀਂ ਕਿਸਾਨਾਂ ਦੀਆਂ ਮੰਗਾਂ ਮੰਨ ਲਓ। ਜੇ ਹੁਣ ਵੀ ਏਦਾਂ ਕਰੋਗੇ ਤਾਂ ਫਿਰ ਅਗਲਾ ਸਾਡਾ ਮੂੰਹ ਹੋ ਗਿਆ। ਜੇ ਯੂਪੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਸਟੇਟ ਹੈ, ਇੱਥੇ ਮਾਂਜ ਕੇ ਫਿਰ ਤਾਂ ਤੁਹਾਨੂੰ ਗੁਜਰਾਤ ਦੇ ਵਾਪਸ ਭੇਜਾਂਗੇ। ਰਾਜਲ ਸਾਹਿਬ, ਮਮਤਾ ਬੈਨਰਜੀ ਹੁਣਾਂ ਨਾਲ ਮੁਲਾਕਾਤ ਹੋਈ ਸੀ ਜਦੋਂ ਤੁਸੀਂ ਗਏ ਸੀ ਬੰਗਾਲ?
ਨਹੀਂ, ਅਸੀਂ ਕਿਸੇ ਇੱਕ ਪਾਰਟੀ ਨੂੰ ਨਹੀਂ ਨਾ ਸਪੋਰਟ ਕਰਨ ਗਏ, ਅਸੀਂ ਤਾਂ ਬੀਜੇਪੀ ਨੂੰ ਹਰਾਉਣ ਗਏ ਸੀ, ਇਸ ਕਰਕੇ ਅਸੀਂ ਨੂੰ ਮਿਲੇ ਨਹੀਂ। ਫਾਇਦਾ ਤਾਂ ਚਲੋ ਤੁਹਾਨੂੰ ਲੱਗਦਾ ਹੋਣਾ ਕਿਸੇ ਇੱਕ ਪਾਰਟੀ ਨੂੰ ਵੱਡੀ ਨੂੰ ਮਿਲਣਾ ਹੈ। ਨਹੀਂ, ਉਹ ਰੈਲੀਆਂ ਅਸੀਂ ਆਪਣੀਆਂ ਕੀਤੀਆਂ, ਉੱਥੇ ਵੱਡੀ ਪਾਰਟੀ ਇਹੀ ਸੀ, ਫਿਰ ਫਾਇਦਾ ਤਾਂ ਇਹਨੂੰ ਹੀ ਹੋਇਆ ਜੀ। ਕੋਈ ਧੰਨਵਾਦ ਵਾਸਤੇ ਫੋਨ ਨਹੀਂ ਹੈ ਮਮਤਾ ਬੈਨਰਜੀ ਹੋਣਾ ਦਾ ਵੀ ਠੀਕ ਹੈ ਤੀਜੀ ਵਾਰ ਸਰਕਾਰ ਬਣਾਤੀ ਹੈ ਰਾਜੇਵਾਲ ਸਾਹਿਬ? ਆ ਗਿਆ ਫੋਨ ਉੱਥੋਂ ਦੇ ਜਿਹੜੇ ਉਹਨਾਂ ਦੇ ਹੈਗੇ ਸੀ ਕਾਰਜਕਰਤਾ, ਉਹਨਾਂ ਦਾ ਫੋਨ ਆਇਆ, ਉਹ ਕਹਿੰਦੇ ਜੀ ਹੁਣ ਲੋਕਡਾਊਨ ਹੈ, ਜਦੋਂ ਇਹ ਕੋਵਿਡ ਦਾ ਮਸਲਾ ਹੱਲ ਹੋਇਆ ਉਹਦੇ ਬਾਅਦ ਰੈਲੀ ਕਰਨੀ ਹੈ, ਉਹਦੇ ਚ ਤੁਹਾਨੂੰ ਸੱਦਾਂਗੇ। ਮੈਂ ਕੋਈ ਨਹੀਂ, ਤੁਹਾਡਾ ਧੰਨਵਾਦ, ਸੱਦ ਲਿਓ। ਮਮਤਾ ਬੈਨਰਜੀ ਦੀ ਪਾਰਟੀ ਰੈਲੀ ਕਰੇਗੀ ਮਤਲਬ? ਉਹ ਉਹੀ ਕਰਨਗੇ ਜੀ ਫਿਰ। ਜੀ 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 ਜੀ। ਤਾਂ ਫਿਰ ਕਿਸ ਤਰ੍ਹਾਂ ਦੇਖਿਆ ਜਾਵੇ, ਜਿੱਦਾਂ ਬੰਗਾਲ ਨੂੰ ਪ੍ਰਭਾਵਿਤ ਤੁਸੀਂ ਕਹਿ ਰਹੇ ਹੋ ਕਿ ਬੰਗਾਲ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ, ਮੋਦੀ ਤੇ ਸ਼ਾਹ ਦੀ ਜੋੜੀ ਕਿਹਾ ਜਾਂਦਾ ਹੈ ਕਿ ਹਾਰੇ ਨਹੀਂ ਕਦੇ ਕਿਸੇ ਤੋਂ, ਇਹ ਚਿੱਤ ਹੋ ਗਏ ਬੰਗਾਲ ਦੇ ਵਿੱਚ, ਔਰ ਪੰਜਾਬ ਦੇ ਵਿੱਚ ਵੀ ਕਹਿ ਰਹੇ ਨੇ ਕਿ 117 ਸੀਟਾਂ ਤੇ ਚੋਣ ਲੜਾਂਗੇ ਅਸੀਂ। ਹਾਸਾ ਆਉਂਦਾ ਮੈਨੂੰ ਇਹਨਾਂ ਤੇ ਹਾਸਾ ਆਉਂਦਾ। ਪੰਜਾਬ ਔਰ ਹਰਿਆਣਾ ਦੋ ਸਟੇਟਾਂ ਐਸੀਆਂ ਨੇ ਜਿੱਥੇ ਇਹ ਅੰਦੋਲਨ ਕਰ ਜਾ ਵੜਿਆ। ਸੁੱਤੇ ਉੱਠ ਕੇ ਪਹਿਲਾਂ ਨਿਆਣੇ ਵੀ ਅੰਦੋਲਨ ਦੀ ਗੱਲ ਕਰਦੇ ਨੇ, ਇਹ ਉੱਥੇ 117 ਸੀਟਾਂ ਜਿੱਤਣ ਦੀ ਗੱਲ ਕਰਦੇ ਨੇ। ਇਹਦਾ ਮਤਲਬ ਜਾਂ ਤਾਂ ਮੂਰਖ ਨੇ ਜਾਂ ਫਿਰ ਕਿਸੇ ਹੋਰ ਦੁਨੀਆ 'ਚ ਵਸਦੇ ਨੇ। ਫਿਰ ਕਿਉਂਕਿ ਉਹ ਬੜੇ ਦਾਅਵੇ ਨਾਲ ਕਹਿੰਦੇ ਕਿ ਕਿਸਾਨ ਅੰਦੋਲਨ ਦਾ ਕੋਈ ਅਸਰ ਨਹੀਂ, ਉਹ ਕਹਿੰਦੇ ਕਿ ਇਹ ਤਾਂ ਮੋਦੀ ਸਾਹਿਬ ਨੇ ਜੋ ਸੋਚ ਲਿਆ, ਪਲਾਨ ਕਰ ਲਿਆ, ਬਹੁਤ ਵਧੀਆ। ਕੱਲ ਵੀ ਬੀਜੇਪੀ ਦੇ ਆਗੂਆਂ ਨਾਲ ਸਾਡੀ ਗੱਲ ਹੋ ਰਹੀ ਸੀ, ਜਿਹੜੇ ਬੰਦੇ ਨੇ ਕਿਹਾ ਮੈਂ ਉਹਦਾ ਨਾਂ ਲੈਣ ਤੋਂ ਵੀ ਗਰੇਜ਼ ਕਰਦਾ, ਮੈਨੂੰ ਉਹਦੇ ਇੰਨੀ ਨਫ਼ਰਤ ਹੋ ਗਈ। ਉਹ ਸਵੇਰ ਤੇ ਸ਼ਾਮ ਤੇ ਝੂਠ ਬੋਲਣ ਤੋਂ ਵੱਧ ਉਹਦੇ ਕੋਲ ਕੁਝ ਨਹੀਂ ਹੈ। ਇਹ ਤਾਂ ਸਾਰਾ ਬੀਜੇਪੀ ਦਾ ਮੁੱਢਲਾ ਜਿਹੜਾ ਖਾਸਾ ਉਹ ਹੋ ਗਿਆ ਵੀ ਝੂਠ ਬੋਲੋ ਰੱਜ ਕੇ, ਇਹ ਤਾਂ ਅਖੀਰ ਦਮ ਤੇ ਹੀ ਝੂਠ ਬੋਲੀ ਜਾਣਗੇ। ਤੇ ਜਦ ਮੂੰਹ ਤੇ ਹੁਣ ਚਪੇੜ ਵੱਜੀ ਆ ਮੂੰਹ ਤੇ, ਇਹਦਾ ਵੀ ਜੇ ਇਸੇ ਤਰ੍ਹਾਂ ਲੈਂਦੇ ਨੇ ਠੀਕ ਹੈ, ਇਹਨਾਂ ਦੇ ਇਹ ਖੁਸ਼ ਹੋਈ ਜਾਣ। ਜਿੱਦਣ ਇੱਥੋਂ ਚਪੇੜ ਮਾਰਤੀ ਜਦ ਇੱਥੇ ਦੇਖਣਗੇ ਲੋਕ, ਤਾਂ ਇਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੰਦੇ, ਢੀਠੇ ਨੇ। ਫਿਰ ਕੀ ਪਲਾਨਿੰਗ ਕੀ ਕੀਤੀ ਹੈ ਮੋਰਚੇ ਨੇ ਅੱਗੇ, ਜੇ ਕਾਨੂੰਨ ਰੱਦ ਨਹੀਂ ਹੁੰਦੇ, ਕਿਉਂਕਿ 2022 ਦੇ ਇਲੈਕਸ਼ਨ ਵੀ ਆ ਰਹੇ ਆ, ਫਿਰ ਪੰਜਾਬ ਦੇ ਵਿੱਚ ਵੀ ਇਹਨਾਂ ਦੇ ਖਿਲਾਫ ਪ੍ਰਚਾਰ ਲਈ ਉਤਰੋਗੇ? ਨਹੀਂ, ਹਾਲੇ ਬਹੁਤ ਦੂਰ ਗੱਲ ਹੈ। ਹਾਲੇ ਤਾਂ ਅਸੀਂ ਜਦੋਂ ਡਿਸਾਈਡ ਕਰਾਂਗੇ ਉਦੋਂ ਤੁਹਾਨੂੰ ਦੱਸ ਦਾਂਗੇ। ਕੋਈ ਪਾਰਟੀ ਨੂੰ ਲੈ ਕੇ ਰਾਜੇਵਾਲ ਸਾਹਿਬ ਕੁਝ ਇਦਾਂ ਦਾ ਹੋਵੇ ਕਿ ਕੋਈ ਪਾਰਟੀ ਬਣਾਉਣ ਦੀ ਤਿਆਰੀ ਜਾਂ ਕੁਝ? ਨਹੀਂ, ਸਾਡਾ ਟਾਰਗੇਟ ਹੈ ਸਿਰਫ ਤੇ ਸਿਰਫ ਮੋਰਚਾ ਹੈ। ਪੋਲੀਟੀਕਲ ਪਾਰਟੀਆਂ ਨੂੰ, ਪੋਲੀਟੀਕਲ ਪੱਤਰਕਾਰਾਂ ਨੂੰ ਹਰ ਵੇਲੇ ਇਹੋ ਜਿਹੀ ਗੱਲਾਂ ਲੱਭਣ ਦੀ ਰਹਿੰਦੀ ਹੈ, ਕੋਈ ਨਾ ਕੋਈ ਸ਼ੋਸ਼ਾ ਛੱਡੀ ਰੱਖਦੇ ਨੇ। ਅਸਲੀਅਤ ਇਹ ਹੈ ਵੀ ਸਾਡਾ ਤਾਂ ਪੂਰਾ ਧਿਆਨ ਕੇਂਦਰਿਤ। ਨਹੀਂ, ਅਸੀਂ ਤਾਂ ਤੁਹਾਡੇ ਤੋਂ ਵੈਰੀਫਾਈ ਕਰਦੇ ਹਾਂ, ਕਿਉਂਕਿ ਜਿਹੜੀ ਚੀਜ਼ ਤੁਸੀਂ ਵੈਰੀਫਾਈ ਕਰੋਗੇ ਅਸੀਂ ਉਹੀ ਦਿਖਾਉਣੀ ਹੈ। ਅਸੀਂ ਕੋਈ ਮੈਂ ਤੁਹਾਡੀ ਨਹੀਂ ਗੱਲ ਕਰਦਾ, ਤੁਹਾਡੇ ਬਿਨਾਂ ਵੀ ਬਹੁਤ ਹੈਗੇ। ਨਹੀਂ, ਮੈਂ ਕਿਹਾ ਕਲੀਅਰ ਕਰ ਲਈਏ ਰਾਜੇਵਾਲ ਸਾਹਿਬ ਹੁਣਾਂ ਤੋਂ ਕਿ ਰਾਜੇਵਾਲ ਸਾਹਿਬ ਕੀ ਕਹਿੰਦੇ ਨੇ, ਕਿਉਂਕਿ ਤੁਸੀਂ ਬੰਗਾਲ ਵੀ ਜਾ ਕੇ ਆਏ ਸੀ, ਤੁਹਾਡੀ ਰਾਏ ਬੜੀ ਅਹਿਮ ਹੈ। ਹੈਗੇ ਕੁਝ ਸੱਜਣ ਜਿਨ੍ਹਾਂ ਨੂੰ ਇਹ ਹੁੰਦਾ ਵੀ ਕੋਈ ਨਾ ਕੋਈ ਸ਼ੋਸ਼ਾ ਛੱਡਣ ਨੂੰ ਮਿਲ ਜੇ। ਤੁਸੀਂ ਨਹੀਂ ਕਰਦੇ, ਧੰਨਵਾਦ ਤੁਹਾਡਾ, ਪਰ ਸ਼ੋਸ਼ੇ ਛੱਡਣ ਵਾਲੇ ਛੱਡੀ ਜਾਂਦੇ ਨੇ। ਇਸ ਤਰ੍ਹਾਂ ਸਾਡਾ ਸਿਰਫ ਤੇ ਸਿਰਫ ਕੰਸੈਂਟਰੇਸ਼ਨ ਮੋਰਚੇ ਤੇ ਹੈ ਜੀ। ਹਾਲੇ ਇਹ ਤੋਂ ਬਿਨਾਂ ਸਾਨੂੰ ਨਾ ਕੋਈ ਸੁਝਦਾ ਹੈ, ਨਾ ਅਸੀਂ ਸੋਚ ਰਹੇ ਹਾਂ ਕਿਸੇ ਤਰ੍ਹਾਂ। ਬੰਗਾਲ 'ਚ ਵੱਡਾ ਝਟਕਾ ਮਿਲਿਆ, ਕੀ ਲੱਗਦਾ ਹੁਣ ਗੱਲਬਾਤ ਲਈ ਆਊਗੀ ਸਰਕਾਰ ਨੇੜੇ? ਹਾਲੇ ਉਹ ਸਦਮੇ 'ਚ ਨੇ, 2-4 ਦਿਨ ਦੇ ਬਾਅਦ ਦੇਖਿਓ ਗੱਲ ਕਰੋ ਫੇਰ। ਹੋ ਸਕਦੀ ਹੈ ਗੱਲਬਾਤ ਕੋਈ, ਕਿਉਂਕਿ ਚਰਚਾਵਾਂ ਰਾਜੇਵਾਲ ਸਾਹਿਬ ਤੁਹਾਡੇ ਤਾਂ ਟੱਚ ਦੇ ਵਿੱਚ। ਅਸੀਂ ਤਾਂ ਹਰ ਵੇਲੇ ਤਿਆਰ ਹਾਂ ਜੀ, ਅਸੀਂ ਗੱਲਬਾਤ ਤੋਂ ਤਾਂ ਭੱਜੇ ਨਹੀਂ ਕਦੇ, ਇਹੀ ਭੱਜੇ ਨੇ। ਫਿਰ ਕੀ ਹੱਲ ਕੀ ਲੱਗਦਾ ਮਸਲੇ ਦਾ, ਕਿਉਂਕਿ ਗੱਲਬਾਤ ਉਹਨਾਂ ਵੱਲੋਂ ਹੋ ਨਹੀਂ ਰਹੀ, ਤੁਸੀਂ ਕਹਿੰਦੇ ਹੋ ਕਿ ਅਸੀਂ ਤਿਆਰ ਹਾਂ, ਗੱਲਬਾਤ ਕਰ ਲੈਣ ਸਾਡੇ ਨਾਲ ਆ ਕੇ, ਜਦੋਂ ਮਰਜ਼ੀ ਗੱਲਬਾਤ ਕਰਨ। ਹਾਲੇ ਉਹਨਾਂ ਨੂੰ ਇਹ ਸ਼ੌਕ ਤੋਂ ਬਾਹਰ ਆਉਣ ਤੋਂ ਵਿਚਾਰਿਆਂ ਨੂੰ, ਉਹ ਤਾਂ ਨਹੀਂ ਕਰਦੇ, ਆਪਾਂ ਤਰਸ ਕਰ ਲਈ ਉਹਨਾਂ ਤੇ। ਉਹਨਾਂ ਨੂੰ ਆ ਸ਼ੌਕ ਚੋਂ ਬਾਹਰ ਆਉਣ ਦੋ ਜੀ, ਉਹਦੇ ਬਾਅਦ ਫਿਰ ਦੇਖਾਂਗੇ। ਫਿਰ ਦੇਖੋ, ਫਿਰ ਤਾਂ ਬੱਚੇ ਫਿਰਨਗੇ ਉਹ। ਇਹ ਇੱਕ ਸਵਾਲ ਹੈ ਰਾਜੇਵਾਲ ਸਾਹਿਬ ਮੇਰਾ ਕਿ ਡਬਲ ਹੋ ਗਿਆ ਨਾ, ਯੂਪੀ ਦਾ ਤੇ ਬੰਗਾਲ ਦਾ 2 ਹੋ ਗਏ ਜੀ ਸਦਮੇ ਉਹਨਾਂ ਨੂੰ ਜੀ। ਜੇ 2022 ਦੀ ਗੱਲ ਕੀਤੀ ਜਾਵੇ, 2022 ਤੱਕ ਵੀ ਸਰਕਾਰ ਦਾ ਰਵੱਈਆ ਇਹੀ ਰਹਿੰਦਾ, ਤਾਂ ਫਿਰ ਉਸ ਨੂੰ ਲੈ ਕੇ ਕੀ ਪਲਾਨਿੰਗ ਹੋਊਗੀ ਮੋਰਚੇ ਦੀ? ਹਾਲੇ ਦੂਰ ਹੈ ਉਹ, ਹਾਲੇ ਵਕਤ ਤੋਂ ਪਹਿਲਾਂ ਗੱਲ ਕਰਨੀ ਕੋਈ ਠੀਕ ਨਹੀਂ। ਲੰਬਾ ਸਮਾਂ ਪਿਆ ਇਸ ਦੇ ਵਿੱਚ, ਹਾਲੇ ਤਾਂ ਲੰਬਾ ਸਮਾਂ। ਇੱਕ ਗੱਲ ਹੋਰ ਹੈ, ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਵੀ ਕਿਹਾ ਹੈ ਕਿ ਲੋਕਡਾਊਨ ਲਾਇਆ ਜਾ ਰਿਹਾ ਸਖਤੀ, ਜਿੱਦਾਂ ਹੀ ਇਲੈਕਸ਼ਨ ਨਿਪਟ ਗਏ, ਬੰਗਾਲ ਦੇ ਵਿੱਚ ਰਿਜ਼ਲਟ ਵੀ ਆ ਗਏ, ਔਰ ਉਸ ਤੋਂ ਬਾਅਦ ਹੁਣ ਸਖਤੀ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਕਿ ਲੋਕਡਾਊਨ ਲਾਉਣ ਦੀ ਤਿਆਰੀ ਦੇ ਵਿੱਚ ਹੈ ਸਰਕਾਰ, ਔਰ ਕਿ ਕਿਸਾਨਾਂ ਨੇ ਜਿਹੜੇ ਮਾਲਸ ਦੇ ਜਾਂ ਪੈਟਰੋਲ ਪੰਪਾਂ ਤੇ ਵੀ ਧਰਨੇ ਲਾਏ ਹੋਏ ਆ ਉਹ ਚੁੱਕ ਲੈ ਜਾਣ, ਇਹ ਅਪੀਲ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਵੀ ਕਿਹਾ ਜਾ ਰਿਹਾ। ਉਹਦਾ ਕਸੂਰ ਨਹੀਂ ਵਿਚਾਰੇ ਦਾ, ਉਹਦੀ ਪਾਰਟੀ ਦੇ ਵਿੱਚ ਘਸਮਾਨ ਪੈ ਗਿਆ। ਕਿਧਰੇ ਉਹਦੇ ਸਿੱਧੂ ਹੁੱਜਾ ਮਾਰਦਾ, ਕਿਤੇ ਪ੍ਰਗਟ ਸਿੰਘ ਹੁੱਜਾ ਮਾਰਦਾ, ਕਿਧਰੇ ਸੁਨੀਲ ਜਾਖੜ ਹੁੱਜਾ ਮਾਰਦਾ, ਚਾਰੇ ਪਾਸੇ ਉਹਦੇ ਹੁੱਜਾਂ ਵੱਜੀ ਜਾਂਦੀਆਂ। ਉਹ ਫਿਰ
ਲੋਕਾਂ ਦਾ ਧਿਆਨ ਹਟਾਉਣ ਵਾਸਤੇ ਕੁਝ ਕਹਿਣਾ ਹੀ ਆ ਉਹਨੇ, ਸਾਡੇ ਤੇ ਕੋਈ ਅਸਰ ਨਹੀਂ, ਅਸੀਂ ਆਪ ਬੈਠੇ ਆ ਆਪਣਾ ਬੈਠੇ ਆ। ਟਿੱਕਰੀ ਤੇ ਸਿੰਘੂ ਬਾਰਡਰ ਤੇ ਜਿੱਥੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਇਹ ਜਗ੍ਹਾ ਹਰਿਆਣੇ ਦੇ ਵਿੱਚ ਹੈ ਔਰ ਹਰਿਆਣਾ ਦੇ ਵਿੱਚ ਵੀ ਸਖਤੀ ਕੀਤੀ ਜਾ ਰਹੀ ਹੈ। ਕੀ ਲੱਗਦਾ ਕਿ ਇਸ ਤਰ੍ਹਾਂ ਸਖਤੀ ਵਰਤ ਕੇ ਪ੍ਰਭਾਵਿਤ ਕੀਤਾ ਜਾ ਸਕਦਾ? ਨਹੀਂ, ਸਾਡੇ ਤੇ ਕੋਈ ਸਖਤੀ ਨਹੀਂ। ਜਿਹੜੀਆਂ ਨੈਸ਼ਨਲ ਹਾਈਵੇਜ਼ ਨੇ ਉਹਨਾਂ ਨੂੰ ਕੋਈ ਬੰਦ ਨਹੀਂ ਕਰ ਰਿਹਾ। ਸਟੇਟ ਹਾਈਵੇਜ਼, ਨੈਸ਼ਨਲ ਹਾਈਵੇਜ਼ ਚੱਲਦੀਆਂ ਨੇ। ਪੰਜਾਬ ਹਰਿਆਣੇ 'ਚ ਤਾਂ ਜਿੱਥੇ ਕਿਤੇ ਥੋੜਾ ਜਿਹਾ ਰੋਕਣਗੇ ਨਾ, ਤੁਸੀਂ ਦੇਖਿਓ ਇੰਨਾ ਲੋਕਾਂ ਦੀ ਸਿਮਤੀ ਹੈ, ਸਾਰਾ ਪਿੰਡ ਬਾਹਰ ਨਿਕਲ ਕੇ ਆਜੂ, ਜਿਹੜੇ ਨਾਲ ਲੱਗਦੇ ਪਿੰਡ ਨੇ ਇਹ ਨਹੀਂ ਕਰ ਸਕਣਗੇ ਸਖਤੀ, ਉਹ ਸਟੇਜ ਲੰਘ ਗਈ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਰਾਜਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਤਮਾਮ ਜਾਣਕਾਰੀ ਸਾਂਝੀ ਕਰਨ ਲਈ। ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸਾਡੇ ਨਾਲ ਜੁੜੇ ਸਨ। ਬੰਗਾਲ ਇਲੈਕਸ਼ਨ ਨੂੰ ਲੈ ਕੇ ਚਰਚਾ ਹੋਈ, ਬੰਗਾਲ ਦੇ ਵਿੱਚ ਜੋ ਨਤੀਜੇ ਆਏ ਉਹਨਾਂ ਨੂੰ ਲੈ ਕੇ ਵੀ ਚਰਚਾ ਹੋਈ, ਕਿਉਂਕਿ ਜੋ ਨਤੀਜੇ ਆਏ ਨੇ ਉਹ ਬੀਜੇਪੀ ਕਹਿ ਰਹੀ ਸੀ ਕਿ 200 ਤੋਂ ਪਾਰ ਆંકੜਾ ਜਾਏਗਾ, ਅਸੀਂ 200 ਤੋਂ ਵੱਧ ਸੀਟਾਂ ਜਿੱਤ ਕੇ ਬੰਗਾਲ ਦੇ ਵਿੱਚ ਸਰਕਾਰ ਬਣਾਵਾਂਗੇ, ਪਰ ਹੋਇਆ ਬਿਲਕੁਲ ਇਸ ਦੇ ਉਲਟ, ਕਿਉਂਕਿ ਟੀਵੀ ਚੈਨਲ ਵੀ ਜੋ ਦਿਖਾ ਰਹੇ ਸੀ ਦੁਪਹਿਰ ਤੱਕ ਪੂਰਾ ਬੀਜੇਪੀ ਨੂੰ ਬਹੁਮਤ ਦਿਖਾਉਂਦੇ ਰਹੇ, ਬੀਜੇਪੀ ਨੂੰ ਜਿਤਾਉਂਦੇ ਰਹੇ, ਪਰ ਉਸ ਤੋਂ ਬਾਅਦ ਤਸਵੀਰ ਸ਼ਾਮ ਨੂੰ ਸਾਫ਼ ਹੋ ਗਈ। ਮਮਤਾ ਬੈਨਰਜੀ ਖੁਦ ਆਪਣੀ ਸੀਟ ਹਾਰ ਗਈ, ਪਰ ਮਮਤਾ ਬੈਨਰਜੀ ਦੀ ਪਾਰਟੀ ਦੀ ਤੀਸਰੀ ਵਾਰ ਸਰਕਾਰ ਬਣ ਜਾ ਰਹੀ ਹੈ ਪੱਛਮ ਬੰਗਾਲ ਦੇ ਵਿੱਚ। ਔਰ ਇਸ ਨੂੰ ਲੈ ਕੇ ਕਿਸਾਨ ਆਗੂ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਕਿਸਾਨ ਅੰਦੋਲਨ ਦਾ ਵੱਡਾ ਅਸਰ ਪੱਛਮੀ ਬੰਗਾਲ ਦੇ ਵਿੱਚ ਦੇਖਣ ਨੂੰ ਮਿਲਿਆ ਔਰ ਕਿਸਾਨਾਂ ਨੇ ਜਾ ਕੇ ਪ੍ਰਚਾਰ ਕੀਤਾ ਸੀ ਬੰਗਾਲ ਦੇ ਵਿੱਚ ਕਿ ਮੋਦੀ ਤੇ ਸ਼ਾਹ ਦੀ ਜੋੜੀ ਨੂੰ ਹਰਾਓ, ਕਿਉਂਕਿ ਕਿਸਾਨਾਂ ਦਾ ਭਲਾ ਨਹੀਂ ਕਰ ਰਹੇ, ਇਹ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਵੀ ਗੱਲ ਨਹੀਂ ਕਰ ਰਹੇ ਇਹ ਲੋਕ। ਇਸ ਕਰਕੇ ਇਹਨਾਂ ਨੇ ਪ੍ਰਚਾਰ ਕੀਤਾ ਸੀ ਔਰ ਬੀਜੇਪੀ ਦੀ ਹਾਰ ਨੂੰ ਲੈ ਕੇ ਕਿਸਾਨ ਆਗੂ ਬਾਗੋ-ਬਾਗ ਨੇ, ਕਿਸਾਨਾਂ ਨੇ ਸਿੰਘੂ ਬਾਰਡਰ ਤੇ ਵੀ ਕੱਲ ਲੱਡੂ ਵੰਡੇ, ਭੰਗੜੇ ਪਏ ਸਿੰਘੂ ਬਾਰਡਰ ਤੇ, ਟਿੱਕਰੀ ਬਾਰਡਰ ਤੇ ਵੀ। ਉਸੇ ਨੂੰ ਦੇਖਦੇ ਹਾਂ ਬਲਬੀਰ ਸਿੰਘ ਰਾਜੇਵਾਲ ਕਹਿ ਰਹੇ ਨੇ ਕਿ ਇਹ ਪੰਜਾਬ ਦੇ ਵਿੱਚ, ਬੰਗਾਲ ਦੇ ਵਿੱਚ ਸਫਾਇਆ ਇਹਨਾਂ ਦਾ ਹੋ ਗਿਆ ਔਰ ਪੰਜਾਬ ਦੀ ਗੱਲ ਕਰਦੇ ਨੇ ਇਹ ਕਿ ਪੰਜਾਬ ਦੇ ਵਿੱਚ 117 ਸੀਟਾਂ ਤੇ ਚੋਣ ਲੜਨਗੇ। ਮੂਰਖਤਾ ਭਰੀਆਂ ਗੱਲਾਂ ਨੇ, ਬਲਬੀਰ ਸਿੰਘ ਰਾਜੇਵਾਲ ਇਹ ਗੱਲ ਕਹਿ ਰਹੇ ਨੇ। ਇਹਨਾਂ ਦਾ ਕਹਿਣਾ ਹੈ ਕਿ ਜੇ 2022 ਤੋਂ ਪਹਿਲਾਂ ਕਿਸਾਨਾਂ ਦੇ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਫਿਰ ਜੋ ਪੱਛਮੀ ਬੰਗਾਲ ਦੇ ਵਿੱਚ ਹੋਇਆ ਉਸ ਤਰ੍ਹਾਂ ਦੀ ਰਣਨੀਤੀ ਕਿਸਾਨ ਆਗੂ ਪੰਜਾਬ ਦੇ ਵਿੱਚ ਵੀ ਅਪਣਾ ਸਕਦੇ ਨੇ। ਹੋਰ तमाम ਖਬਰਾਂ ਤੇ ਅਪਡੇਟਸ ਲਈ ਜੁੜੇ ਰਹੋ ਪ੍ਰੋ ਪੰਜਾਬ ਟੀਵੀ ਦੇ ਨਾਲ। ਬਹੁਤ ਬਹੁਤ ਧੰਨਵਾਦ ਦੋਸਤੋ। ਜੇ ਤੁਹਾਨੂੰ ਸਾਡਾ ਕੰਮ ਪਸੰਦ ਆ ਰਿਹਾ ਤਾਂ ਸਾਨੂੰ ਸਪੋਰਟ ਕਰਨ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ।